ਅਵਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ। ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ, ਸਿੱਖ ਪੰਥ ਦੇ ਮਹਾਨ ਤਖਤਾਂ ਦੇ ਵਿੱਚੋਂ ਪੰਜਵਾਂ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸਭ ਤੇ ਊਤਮ ਹਰਿ ਕੀ ਕਥਾ, ਐਸੀ ਪਵਿੱਤਰ ਕਥਾ ਗੁਰਬਾਣੀ ਦੀ ਕਥਾ ਹਰ ਰੋਜ਼ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰਦੇ ਆ ਰਹੇ ਹੋ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਬਾਣੀ, ਸ਼੍ਰੀ ਮੁਖਵਾਕ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਕਥਾ ਜਿਸ ਦੀ 29ਵੀਂ ਪੌੜੀ ਦੀ ਕਥਾ ਚੱਲ ਰਹੀ ਹੈ। ਆਪ ਸਾਰੀਆਂ ਸੰਗਤਾਂ ਨੂੰ ਜਿੱਥੇ ਇਹ ਮਹਾਨ ਸੁਭਾਗ ਪ੍ਰਾਪਤ ਹੋ ਰਿਹਾ ਹੈ, ਉੱਥੇ ਨਾਲ ਨਾਲ ਸਾਹਿਬੇ ਕਮਾਲ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਤੋਂ ਵਰੋ ਸੋਈ ਹੋਈ ਦਮਦਮੀ ਟਕਸਾਲ ਦਮਦਮੀ ਟਕਸਾਲ ਦੀ ਸਥਾਪਨਾ ਦਾ ਦਿਹਾੜਾ ਅੱਜ ਦਾ ਉਹ ਪਵਿੱਤਰ ਦਿਨ 23 ਸਾਵਣ ਦਾ ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆਪਣੇ ਕੰਠ ਤੋਂ ਉਚਾਰਨ ਕੀਤੀ। ਇਹ ਮਹਾਨ ਤਖਤ ਜਿੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਤਿਗੁਰੂ ਜੀ ਨੇ ਉਚਾਰਨ ਕੀਤਾ, ਭਾਈ ਸਾਹਿਬ ਨੇ ਲਿਖਿਆ, ਔਰ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸਹਾਇਕ ਲਖਾਰੀ ਲੱਗ ਕੇ ਕਲਮਾਂ ਦੀ ਪੱਤਰਿਆਂ ਦੀ ਸ਼ਾਹੀ ਦੀ ਸੇਵਾ ਕੀਤੀ ਅਤੇ ਪੰਥ ਨੂੰ ਕਿੱਡੀ ਵੱਡੀ ਦੇਣ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ ਉਤਾਰੇ ਕੀਤੇ। ਇਹ ਉਹ ਮਹਾਨ ਤਖਤ ਹੈ ਜਿੱਥੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਨੇ ਬਚਨ ਕੀਤਾ ਸੀ ਕਿ ਸਤਿਗੁਰੂ ਜੀ ਲਾਲ ਨਹੀਂ ਦਿਖਦੇ, ਸਾਹਿਬਜ਼ਾਦੇ ਨਹੀਂ ਦਿਖਦੇ, ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਇਹ ਉਹ ਮਹਾਨ ਤਖਤ ਹੈ ਜਿੱਥੇ ਭਾਈ ਡੱਲੇ ਨੂੰ ਸੱਚਖੰਡ ਦੇ ਵਿੱਚ ਥਾਂ ਦਿੱਤੀ ਗਈ ਸੀ। ਇਹ ਉਹ ਮਹਾਨ ਤਖਤ ਹੈ ਜਿੱਥੇ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਔਰ ਸ਼੍ਰੀਮਾਨ ਪਰਮ ਪੂਜਨੀਕ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਅਤੇ ਪੰਥ ਰਤਨ ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੇਵਾਵਾਂ ਕਰਵਾਈਆਂ। ਇੱਥੇ ਭਾਈ ਵੀਰ ਸਿੰਘ ਧੀਰ ਸਿੰਘ ਤੇ ਬਖਸ਼ਿਸ਼ ਹੋਈ। ਇਸ ਤਖਤ ਦੀ ਜਿੰਨੀ ਵੀ ਮਹਿਮਾ ਕੀਤੀ ਜਾਵੇ ਥੋੜੀ ਹੈ। ਐਸੇ ਮਹਾਨ ਤਖਤ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਅਤੀ ਸਨਮਾਨਯੋਗ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ 2 ਤਖਤਾਂ ਦੀ ਸੇਵਾ ਦਾ ਜਥੇਦਾਰੀ ਦਾ ਮਾਣ ਪ੍ਰਾਪਤ ਹੋਇਆ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਤਿਨਾਂ ਦੇ ਸਹਿਯੋਗ ਸਦਕਾ ਅੱਜ ਦਮਦਮੀ ਟਕਸਾਲ ਦਾ ਸਥਾਪਨਾ ਦਿਹਾੜਾ ਬੜੇ ਪ੍ਰੇਮ ਦੇ ਨਾਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ। 9:30 ਗੁਰਬਾਣੀ ਦੇ ਪਾਠ ਦੀ ਸੰਪੂਰਨਤਾ ਹੋਣੀ ਹੈ ਤੇ ਉਪਰੰਤ ਤਖਤ ਸਾਹਿਬ ਵਿਖੇ ਦੀਵਾਨ ਸੱਜਣੇ। ਆਓ ਨਾਲ ਨਾਲ ਪਵਿੱਤਰ ਗੁਰਬਾਣੀ ਦੀ ਵੀ ਵਿਚਾਰ ਕਰੀਏ। ਜੋਗੀਆਂ ਨੇ ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਆਖਿਆ ਜੋਗੀ ਬਣ ਜਾਓ, ਖਾਣ ਵਾਸਤੇ ਭੁਗਤ ਮਿਲੇਗੀ। ਇੱਕ ਮਾਈ ਹੁੰਦੀ ਹੈ ਜਿਹਦਾ ਨਾਂ ਹੁੰਦਾ ਭੰਡਾਰਨ, ਜਿਹੜੀ ਜੋਗੀਆਂ ਦੇ ਵਾਸਤੇ ਭੰਡਾਰਾ ਤਿਆਰ ਕਰਦੀ ਹੈ। ਖੰਡ ਘਿਓ ਤੇ ਮੈਦਾ ਪਾ ਕੇ ਇਹ ਭੋਜਨ ਤਿਆਰ ਕਰਦੇ ਨੇ, ਉਹਨੂੰ ਇਹ ਭੁਗਤ ਕਹਿੰਦੇ ਆ।
ਤੁਸੀਂ ਜੋਗੀ ਬਣ ਜਾਓ, ਖੁੱਲੇ ਛਾਂਦੇ ਖੁੱਲਾ ਹਿੱਸਾ ਮਿਲਿਆ ਕਰੇਗਾ ਛਕਣ ਛਕਾਉਣ ਨੂੰ। ਪਦਾਰਥਾਂ ਦੀ ਕਮੀ ਨਹੀਂ, ਮਾਇਆ ਦੀ ਕਮੀ ਨਹੀਂ। ਆਪ ਜੀ ਜੋਗੀ ਬਣ ਜਾਓ, ਅਸੀਂ ਤੁਹਾਨੂੰ ਚੇਲਾ ਨਹੀਂ ਬਣਾਉਂਦੇ, ਤੁਹਾਨੂੰ ਮਹੰਤ ਬਣਾਵਾਂਗੇ, ਨਾਥ ਬਣਾਵਾਂਗੇ, ਆਪ ਦਾ ਮੁਖੀ ਮੰਨਾਂਗੇ। ਤੁਹਾਨੂੰ ਰਿੱਧੀਆਂ ਸਿੱਧੀਆਂ ਤੁਹਾਡੇ ਅੱਗੇ ਹੱਥ ਜੋੜ ਕੇ ਖਲੋਤੀਆਂ ਰਹਿਣਗੀਆਂ। ਸਾਰਾ ਸੰਸਾਰ ਤੁਹਾਨੂੰ ਨਮਸਕਾਰਾਂ ਕਰੇਗਾ, ਸਤਿਕਾਰ ਕਰੇਗਾ, ਮੱਥੇ ਟੇਕੇਗਾ। ਤੁਸੀਂ ਜੋਗੀ ਬਣ ਜਾਓ ਤਾਂ ਸਤਿਗੁਰੂ ਜੀ ਫਿਰ ਜਵਾਬ ਦਿੰਦੇ ਨੇ, ਅਸੀਂ ਤੇ ਅੱਗੇ ਹੀ ਜੋਗੀ ਆ। ਜੋਗੀ ਦਾ ਅਰਥ ਕੀ ਹੁੰਦਾ ਹੈ? ਯੋਗ ਦਾ ਅਰਥ ਕੀ ਹੁੰਦਾ ਹੈ? ਯੋਗਸ਼ ਚਿੱਤ ਵਿਰਤੀ ਨਿਰੋਧਾ। ਵੇਦਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਯੋਗ ਕਿਹਨੂੰ ਕਹਿੰਦੇ ਨੇ? ਜਿਨ੍ਹੇ ਆਪਣੀ ਸੁਰਤੀ ਬਿਰਤੀ ਨੂੰ ਡੱਕ ਲਿਆ, ਰੋਕ ਲਿਆ, ਨਿਰੋਧ ਕਰਤਾ ਹੈ। ਜਿਹਦਾ ਮਨ ਉਹਦੀ ਪਕੜ ਦੇ ਵਿੱਚੋਂ ਬਾਹਰ ਨਹੀਂ ਜਾਂਦਾ ਹੈ। ਯੋਗਾ ਚਿੱਤ ਬਿਰਤੀ ਨਿਰੋਧਾ। ਤੇ ਜੇ ਗੁਰਬਾਣੀ ਨੂੰ ਪੁੱਛੀਏ, ਕਿਉਂਕਿ ਗੁਰਬਾਣੀ ਸ਼੍ਰੋਮਣੀ ਹੈ। ਕਿਉਂ ਸ਼੍ਰੋਮਣੀ ਹੈ? ਕਿਉਂਕਿ ਸਰਬ ਦੀ ਸਾਂਝੀ ਹੈ। ਤੁਸੀਂ ਕੱਲ ਦੇਖਿਆ ਨਾ, ਪਰਸੋਂ ਪਹਿਲਾਂ ਮੰਦਰ ਸੀ ਰਾਮ ਜੀ ਦਾ, ਫਿਰ ਢਾਹ ਕੇ ਮਸਜਿਦ ਬਣ ਗਈ। ਫਿਰ ਮਸਜਿਦ ਰਹੀ ਹੈ 500-700 ਸਾਲ, ਹੁਣ ਢਾਹ ਕੇ ਮੰਦਰ ਬਣੇਗਾ। ਤੇ ਕਈ ਸਿੱਖ ਵੈਸੇ ਹੀ ਡਰੀ ਜਾਂਦੇ ਆ। ਕਮਾਲ ਦੀ ਗੱਲ ਹੈ, ਹੈਰਾਨ ਹੋਈਦਾ ਹੈ ਸਾਹਿਬ ਨੂੰ ਕਿਤੇ ਹੋਰ ਹੀ ਨਾ ਕੁਝ ਬਣਾ ਦੇਣ, ਮੰਦਰ ਹੀ ਨਾ ਬਣਾ ਦੇਣ। ਤੇ ਜੇ ਬੰਦਾ ਪੁੱਛੇ ਵੀ ਇਹਨਾਂ ਨੂੰ ਤੇ ਆਪ 700 ਕੇ 500 ਸਾਲ ਲੱਗ ਗਏ ਨੇ, ਮਸਾਂ ਜਾ ਕੇ ਇਹਨਾਂ ਦੀ ਵਾਰੀ ਆਈ ਹੈ, ਤੇ ਤੁਹਾਨੂੰ ਜਾਪਦਾ ਵੀ ਇੰਨੇ ਜੋਗੇ ਹੈਗੇ ਆ ਇਹ। ਨਾਲੇ ਹਰਮੰਦਰ ਸਾਹਿਬ ਦੀ ਰਾਖੀ ਕਰਨ ਵਾਸਤੇ ਕੌਣ ਹੈ? ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾ। ਜਿਸ ਸਤਿਗੁਰੂ ਨੇ ਸਾਨੂੰ ਵਰ ਦਿੱਤਾ ਹੋਵੇ, 1.25 ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾ। 1.25 ਲੱਖ ਬੰਦਾ ਇੱਕ ਬੰਨੇ ਖਲੋਤਾ ਹੋਵੇ, ਗੁਰਬਾਣੀ ਪੜ੍ਹਨ ਵਾਲਾ, ਅੰਮ੍ਰਿਤ ਧਾਰੀ, ਰਹਿਤ ਚ ਪੱਕਾ, ਸੇਵਾ ਸਿਮਰਨ ਚ ਜਿਹੜਾ ਪਰਪੱਕ ਗੁਰੂ ਕਾ ਸਿੱਖ ਹੈ, ਉਹਦੇ ਉੱਤੇ 1.25 ਲੱਖ ਦਾ ਕੋਈ ਅਸਰ ਨਹੀਂ ਹੈ। ਉਹਦੇ ਉੱਤੇ ਭੀੜ ਦਾ ਕੋਈ ਅਸਰ ਨਹੀਂ ਹੈ। ਭੀੜ ਬੰਦੇ ਦਾ ਮਨ ਬਦਲ ਦਿੰਦੀ ਹੈ, ਭੀੜ ਬੰਦੇ ਨੂੰ ਡਰਾ ਦਿੰਦੀ ਹੈ, ਮਾਨਸਿਕ ਤੌਰ ਤੇ ਕਮਜ਼ੋਰ ਕਰ ਦਿੰਦੀ। ਪਰ ਮਹਾਰਾਜ ਕਹਿੰਦੇ ਨਹੀਂ, ਸਿੱਖ ਉੱਤੇ ਕੋਈ ਅਸਰ ਨਹੀਂ। ਤੇ ਸਾਡੇ ਭਰਾਵਾਂ ਦੀਆਂ ਲੱਤਾਂ ਕੰਬੀਆਂ ਜਾਂਦੀਆਂ, ਕਿਤੇ ਵਿਸ਼ਨੂੰ ਦਾ ਮੰਦਰ ਬਣ ਜਾਊਗਾ ਹਰਿਮੰਦਰ ਸਾਹਿਬ। ਪਤਾ ਨਹੀਂ ਕਿੱਥੋਂ ਖੋਜ ਕੱਢ ਕੇ ਲਿਆਉਂਦੇ ਆ। ਉਹਨਾਂ ਤੋਂ ਤੇ ਮਸਾਂ 700 ਕੇ 500 ਸਾਲ, ਜੇ 1429 ਮੰਨੀਏ ਜਾਂ 1529 ਮੰਨੀਏ, 30 ਮੰਨੀਏ, ਤੇ ਫਿਰ ਜਾ ਕੇ ਆ ਹੁਣ 2020 ਤੇ ਕੋਈ 500-600 ਸਾਲ ਬਣ ਜਾਂਦਾ। ਮਸਾਂ ਦਾ ਲੱਗਾ ਅਗਲਿਆਂ ਦਾ, ਤੇ ਆਪਣੇ ਵੱਲ ਉਹਨਾਂ ਨੇ ਕੀ ਵੇਖਣਾ, ਕੀ ਝਾਕਣਾ ਹੈ। ਪਰ ਸ਼ਰਤ ਇਹ ਹੈ ਕਿ ਅੰਮ੍ਰਿਤ ਧਾਰੀ ਹੋਵੇ ਤੇ 10ਵੇਂ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੰਦਾ ਹੋਵੇ। ਕੱਲ ਵੀ ਬੇਨਤੀ ਕੀਤੀ ਸੀ, ਸੋਚਦਾ ਪਿਆ ਸੀ, ਦਾਸ ਜੇ ਕਿਤੇ ਅੰਮ੍ਰਿਤ ਧਾਰੀ ਨਾ ਹੁੰਦੇ
ਤੇ ਹੋਣਾ ਆਪਣਿਆਂ ਵੀ ਇਹ ਹਾਲ ਸੀ, ਜਿੱਥੋਂ ਮਰਜ਼ੀ ਧੱਕੇ ਮਾਰ ਕੇ ਕੱਢ ਦਿਆ ਕਰਨਾ ਸੀ। ਸਤਿਗੁਰੂ ਨੇ ਜਿੱਥੇ ਤੁਸੀਂ ਜੋਗੀ ਬਣ ਜਾਓ ਤਾਂ ਸਤਿਗੁਰੂ ਜੀ ਫਿਰ ਜਵਾਬ ਦਿੰਦੇ ਨੇ, ਅਸੀਂ ਤੇ ਅੱਗੇ ਹੀ ਜੋਗੀ ਆ। ਜੋਗੀ ਦਾ ਅਰਥ ਕੀ ਹੁੰਦਾ ਹੈ? ਯੋਗ ਦਾ ਅਰਥ ਕੀ ਹੁੰਦਾ ਹੈ? ਯੋਗਸ਼ ਚਿੱਤ ਬਿਰਤੀ ਨਿਰੋਧਾ ਹੈ। ਵੇਦਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਯੋਗ ਕਿਹਨੂੰ ਕਹਿੰਦੇ ਨੇ? ਜਿਨ੍ਹੇ ਆਪਣੀ ਸੁਰਤੀ ਬਿਰਤੀ ਨੂੰ ਡੱਕ ਲਿਆ, ਰੋਕ ਲਿਆ, ਨਿਰੋਧ ਕਰਤਾ ਹੈ। ਜਿਹਦਾ ਮਨ ਉਹਦੀ ਪਕੜ ਦੇ ਵਿੱਚੋਂ ਬਾਹਰ ਨਹੀਂ ਜਾਂਦਾ ਹੈ। ਯੋਗਾ ਚਿੱਤ ਬਿਰਤੀ ਨਿਰੋਧਾ। ਤੇ ਜੇ ਗੁਰਬਾਣੀ ਨੂੰ ਪੁੱਛੀਏ, ਕਿਉਂਕਿ ਗੁਰਬਾਣੀ ਸ਼੍ਰੋਮਣੀ ਹੈ। ਕਿਉਂ ਸ਼੍ਰੋਮਣੀ ਹੈ? ਕਿਉਂਕਿ ਸਰਬ ਦੀ ਸਾਂਝੀ ਹੈ। ਤੁਸੀਂ ਕੱਲ ਦੇਖਿਆ ਨਾ, ਪਰਸੋਂ ਪਹਿਲਾ ਮੰਦਰ ਸੀ ਰਾਮ ਜੀ ਦਾ, ਫਿਰ ਢਾਹ ਕੇ ਮਸਜਿਦ ਬਣ ਗਈ। ਫਿਰ ਮਸਜਿਦ ਰਹੀ ਹੈ 500-700 ਸਾਲ, ਹੁਣ ਢਾਹ ਕੇ ਮੰਦਰ ਬਣੇਗਾ। ਤੇ ਕਈ ਸਿੱਖ ਵੈਸੇ ਹੀ ਡਰੀ ਜਾਂਦੇ ਆ। ਕਮਾਲ ਦੀ ਗੱਲ ਹੈ, ਹੈਰਾਨ ਹੋਈਦਾ ਹੈ ਸਾਹਿਬ ਨੂੰ ਕਿਤੇ ਹੋਰ ਹੀ ਨਾ ਕੁਝ ਬਣਾ ਦੇਣ, ਮੰਦਰ ਹੀ ਨਾ ਬਣਾ ਦੇਣ। ਤੇ ਜੇ ਬੰਦਾ ਪੁੱਛੇ ਵੀ ਇਹਨਾਂ ਨੂੰ ਤੇ ਆਪ 700 ਕੇ 500 ਸਾਲ ਲੱਗ ਗਏ ਨੇ, ਮਸਾਂ ਜਾ ਕੇ ਇਹਨਾਂ ਦੀ ਵਾਰੀ ਆਈ ਹੈ, ਤੇ ਤੁਹਾਨੂੰ ਜਾਪਦਾ ਵੀ ਇੰਨੇ ਜੋਗੇ ਹੈਗੇ ਆ ਇਹ। ਨਾਲੇ ਹਰਮੰਦਰ ਸਾਹਿਬ ਦੀ ਰਾਖੀ ਕਰਨ ਵਾਸਤੇ ਕੌਣ ਹੈ? ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਂ। ਜਿਸ ਸਤਿਗੁਰੂ ਨੇ ਸਾਨੂੰ ਵਰ ਦਿੱਤਾ ਹੋਵੇ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਂ। 1.25 ਲੱਖ ਬੰਦਾ ਇੱਕ ਬੰਨੇ ਖਲੋਤਾ ਹੋਵੇ, ਗੁਰਬਾਣੀ ਪੜ੍ਹਨ ਵਾਲਾ, ਅੰਮ੍ਰਿਤ ਧਾਰੀ, ਰਹਿਤ ਚ ਪੱਕਾ, ਸੇਵਾ ਸਿਮਰਨ ਚ ਜਿਹੜਾ ਪਰਪੱਕ ਗੁਰੂ ਕਾ ਸਿੱਖ ਹੈ, ਉਹਦੇ ਉੱਤੇ 1.25 ਲੱਖ ਦਾ ਕੋਈ ਅਸਰ ਨਹੀਂ। ਉਹਦੇ ਉੱਤੇ ਭੀੜ ਦਾ ਕੋਈ ਅਸਰ ਨਹੀਂ ਹੈ। ਭੀੜ ਬੰਦੇ ਦਾ ਮਨ ਬਦਲ ਦਿੰਦੀ ਹੈ, ਭੀੜ ਬੰਦੇ ਨੂੰ ਡਰਾ ਦਿੰਦੀ ਹੈ, ਮਾਨਸਿਕ ਤੌਰ ਤੇ ਕਮਜ਼ੋਰ ਕਰ ਦਿੰਦੀ। ਪਰ ਮਹਾਰਾਜ ਕਹਿੰਦੇ ਨਹੀਂ, ਸਿੱਖ ਉੱਤੇ ਕੋਈ ਅਸਰ ਨਹੀਂ। ਤੇ ਸਾਡੇ ਭਰਾਵਾਂ ਦੀਆਂ ਲੱਤਾਂ ਕੰਬੀਆਂ ਜਾਂਦੀਆਂ, ਕਿਤੇ ਵਿਸ਼ਨੂੰ ਦਾ ਮੰਦਰ ਬਣ ਜੂਗਾ ਹਰਿਮੰਦਰ ਸਾਹਿਬ। ਪਤਾ ਨਹੀਂ ਕਿੱਥੋਂ ਖੋਜ ਕੱਢ ਕੇ ਲਿਆਉਂਦੇ ਆ। ਉਹਨਾਂ ਤੋਂ ਤੇ ਮਸਾਂ 700 ਕੇ 500 ਸਾਲ, ਜੇ 1429 ਮੰਨੀਏ ਜਾਂ 1529 ਮੰਨੀਏ, 30 ਮੰਨੀਏ, ਤੇ ਫਿਰ ਜਾ ਕੇ ਆ ਹੁਣ 2020 ਤੇ ਕੋਈ 500-600 ਸਾਲ ਬਣ ਜਾਂਦਾ। ਮਸਾਂ ਦਾ ਲੱਗਾ ਅਗਲਿਆਂ ਦਾ, ਤੇ ਆਪਣੇ ਵੱਲ ਉਹਨਾਂ ਨੇ ਕੀ ਵੇਖਣਾ, ਕੀ ਝਾਕਣਾ ਹੈ। ਪਰ ਸ਼ਰਤ ਇਹ ਹੈ ਕਿ ਅੰਮ੍ਰਿਤ ਧਾਰੀ ਹੋਵੇ ਤੇ 10ਵੇਂ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੰਦਾ ਹੋਵੇ। ਕੱਲ ਵੀ ਬੇਨਤੀ ਕੀਤੀ ਸੀ, ਸੋਚਦਾ ਪਿਆ ਸੀ, ਦਾਸ ਜੇ ਕਿਤੇ ਅੰਮ੍ਰਿਤ ਧਾਰੀ ਨਾ ਹੁੰਦੇ ਤੇ ਹੋਣਾ ਆਪਣਿਆਂ ਵੀ ਇਹ ਹਾਲ ਸੀ, ਜਿੱਥੋਂ ਮਰਜ਼ੀ ਧੱਕੇ ਮਾਰ ਕੇ ਕੱਢ ਦਿਆ ਕਰਨਾ ਸੀ। ਸਤਿਗੁਰੂ ਨੇ ਜਿੱਥੇ ਭਗਤੀ ਦੇ ਵਿੱਚ ਲਾਹੌਰ ਵਾਲੀ ਬੌਲੀ ਗੁਰੂ ਅਰਜਨ ਦੇਵ ਸਾਹਿਬ ਦੀ ਨਹੀਂ ਤੋੜੀ ਗਈ। ਅੱਜ ਵੀ ਗੁਰ ਦਾ ਅਰਥ ਕੀ ਹੁੰਦਾ? ਚਿੱਤ ਦੀ ਬਿਰਤੀ ਨੂੰ ਨਿਰੋਧ ਕਰ ਲੈਣਾ। ਆਪਾਂ ਕਹਿੰਦੇ ਮਨ ਵਸ ਨਹੀਂ ਆਉਂਦਾ, ਜਿਹਨੇ ਮਨ ਨੂੰ ਵਸ 'ਚ ਕਰ ਲਿਆ ਉਹ ਜੋਗੀ ਹੈ। ਵੇਦਾਂ ਮੁਤਾਬਕ, ਸ਼ਾਸਤਰਾਂ ਮੁਤਾਬਕ ਜੋਗੀ ਕੌਣ ਆ? ਜਿਹਨੇ ਮਨ ਨੂੰ ਵਸ 'ਚ ਕਰ ਲਿਆ। ਗੁਰਬਾਣੀ ਨੇ ਵੀ ਯੋਗੀ ਦੀ ਬੜੀ ਵਿਆਖਿਆ ਕੀਤੀ ਹੈ।
ਰੇ ਮਨ ਇਹ ਬਿਦ ਯੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਕ ਜਗ੍ਹਾ ਗੁਰਬਾਣੀ ਕਹਿੰਦੀ ਯੋਗੀ ਉਹ ਆ ਜਿਹਦੀ ਨਿਗਾਹ ਦੇ ਵਿੱਚ ਹਰ ਜਗ੍ਹਾ ਪਰਮਾਤਮਾ ਹੀ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਏ। ਇਸ ਤਰ੍ਹਾਂ ਬੜੀ ਵਿਆਖਿਆ ਜੋਗੀ ਦੀ ਗੁਰਬਾਣੀ 'ਚ ਦਰਜ ਹੈ। ਤਾਂ ਮਹਾਰਾਜ ਕਹਿਣ ਲੱਗੇ, ਜਵਾਬ ਦੇਣ ਲੱਗੇ, ਆਓ ਬੜੇ ਪ੍ਰੇਮ ਦੇ ਨਾਲ ਸੁਣੀਏ। ਸਮਾਂ ਬੜਾ ਸੀਮਤ ਹੈ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਮਹਾਰਾਜ ਕਹਿੰਦੇ ਸਾਡੀ ਭੁਗਤ ਕੀ ਆ? ਭੋਜਨ ਖਾਂਦੇ ਆ ਨਾ ਜੋਗੀ, ਪ੍ਰਸ਼ਾਦ ਹੁੰਦਾ ਇੱਕ ਜੋਗੀਆਂ ਦਾ। ਸਾਡੀ ਭੁਗਤ ਕੀ ਆ? ਗਿਆਨ। ਗਿਆਨ ਦਾ ਅਰਥ ਕੀ ਹੁੰਦਾ ਹੈ? ਗੁਰਬਾਣੀ ਵਿੱਚ ਗਿਆਨ ਬਾਰੇ ਬੜੇ ਅਰਥ ਆਉਂਦੇ ਨੇ। ਗਿਆਨ ਗੁਰੂ, ਆਤਮ ਉਪਦੇਸ਼ੋ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਤੀਸਰਾ ਅਰਥ ਆਉਂਦਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਇਸ ਪ੍ਰਕਾਰ ਗੁਰਬਾਣੀ ਵਿੱਚ ਗਿਆਨ ਵੀ ਬੜੇ ਤਰ੍ਹਾਂ ਦਾ ਹੈ। ਇੱਥੇ ਗਿਆਨ ਦਾ ਮਤਲਬ ਹੈ ਆਪਣੇ ਆਪ ਨੂੰ ਜਾਣ ਲੈਣਾ ਕਿ ਮੈਂ ਸਰੀਰ ਨਹੀਂ, ਮੈਂ ਮਨ ਨਹੀਂ, ਮੈਂ ਬੁੱਧੀ ਨਹੀਂ। ਸਰੀਰ ਵਿੱਚ ਬੈਠੀ ਹੋਈ ਆਤਮਾ ਹਾਂ, ਜਿਹਦੇ ਮਨ ਬੁੱਧ ਚਿੱਤ ਨੌਕਰ ਨੇ, ਇੰਦਰੀਆਂ ਨੌਕਰ ਨੇ। ਤਾਂ ਗਿਆਨ ਦਾ ਮਤਲਬ ਆਪਣੇ ਸਰੂਪ ਨੂੰ ਜਾਣਨਾ, ਆਪਣੀ ਅਸਲੀਅਤ ਨੂੰ ਜਾਣਨਾ ਵੀ ਬੰਦਾ ਹੈ ਕੀ। ਜਿਵੇਂ ਸਤਿਗੁਰੂ ਜੀ ਇੱਕ ਜਗ੍ਹਾ ਕਹਿੰਦੇ ਨੇ, ਰੋਸ ਨਾ ਕਾਹੂ ਸੰਗ ਕਰੋ, ਆਪਨ ਆਪ ਵਿਚਾਰ। ਜਦੋਂ ਹਰ ਜਗ੍ਹਾ ਆਤਮਾ ਹੀ ਬੈਠੀ ਹੈ, ਮੇਰੇ 'ਚ ਵੀ ਬਗਾਨੇ ਵਿੱਚ ਵੀ, ਤੇ ਫਿਰ ਗੁੱਸਾ ਕਿਹਦੇ ਨਾਲ, ਗਿਲਾ ਕਿਹਦੇ ਨਾਲ? ਗਿਆਨ ਦੇ ਅਰਥ ਬੜੇ ਡੂੰਘੇ ਨੇ। ਦੇਖੋ ਭਾਈ, ਗਿਆਨ ਕੀ ਆਈ ਆਂਦੀ? ਤਾਂ ਜਦੋਂ ਹਰ ਜਗ੍ਹਾ ਪਰਮਾਤਮਾ ਦਿਖਣ ਲੱਗ ਪਏ, ਆਤਮਾ ਦਿਖਣ ਲੱਗ ਗਏ, ਉਹਨੂੰ ਗਿਆਨ ਮੰਨਿਆ ਗਿਆ। ਇਹ ਗਿਆਨੀ ਆ, ਤਤ ਵੇਤਾ ਵਾ, ਬ੍ਰਹਮ ਗਿਆਨੀ ਆ। ਤਾਂ ਭੁਗਤ ਗਿਆਨ, ਭੋਜਨ ਕੀ ਆ? ਗਿਆਨ। ਅਖੰਡ ਕੀਰਤਨ ਤਿਨ ਭੋਜਨ ਚੂਰਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਸ਼ਾਂਤੀ ਨਹੀਂ ਆਉਂਦੀ, ਸੰਤੋਖ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਨੇ, ਮਨ ਸੰਤੋਖ ਆਤਮ ਪਤਿਆਨੇ। ਇਹਦੇ ਅਰਥ ਬੜੇ ਨੇ, ਪਰ ਵੈਸੇ ਆਪਣੇ ਵੱਲੋਂ ਸੌਖਾ ਜਿਹਾ ਅਰਥ ਕਰਨ ਦੀ ਕੋਸ਼ਿਸ਼ ਕਰਾਂ। ਜਿਨ੍ਹੇ ਆਤਮਾ ਨੂੰ ਜਾਣ ਲਿਆ, ਸੰਤੋਖ ਉਹਨੂੰ ਆਵੇਗਾ, ਹੋਰ ਕਿਸੇ ਨੂੰ ਨਹੀਂ। ਮਨ ਸੰਤੋਖ ਆਤਮ ਪਤਿਆਨੇ। ਆਪ ਜੀ ਹੈਰਾਨ ਹੋਵੋਗੇ, ਸਤਿਗੁਰੂ ਨੇ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ। ਗਿਆਨ ਤੋਂ ਬਿਨਾ ਬੰਦਾ ਹਨੇਰੇ 'ਚ ਜਿਉਂਦਾ ਹੈ। ਗਿਆਨ ਵੀ ਕਈ ਤਰ੍ਹਾਂ ਦਾ ਹੈ।
ਕਈ ਲੋਕ ਜਾਣਕਾਰੀ ਨੂੰ ਹੀ ਗਿਆਨ ਸਮਝੀ ਜਾਂਦੇ ਨੇ, ਉਹ ਵੀ ਇੱਕ ਗਿਆਨ ਦਾ ਹਿੱਸਾ ਹੈ, ਪਰ ਗਿਆਨ ਤਾਂ ਮੰਜ਼ਲ ਆ। ਜਾਣਕਾਰੀ ਕਿਸੇ ਨੂੰ ਮੰਜ਼ਲ ਤੇ ਨਹੀਂ ਪਹੁੰਚਾਉਂਦੀ, ਦੱਸ ਦਿੰਦੀ ਹੈ, ਮਿਹਨਤ ਆਪ ਕਰਨੀ ਪੈਂਦੀ। ਦਇਆ ਭੰਡਾਰਨ ਇੱਕ ਮਾਈ ਹੁੰਦੀ, ਜੋਗੀਆਂ ਨੇ ਰੱਖੀ ਉਹਨੂੰ ਭੰਡਾਰਨ ਕਹਿੰਦੇ ਨੇ। ਉਹ ਰੋਟੀ ਰਾਟੀ ਬਣਾ ਕੇ ਜਾਂ ਭੋਜਨ ਪ੍ਰਸ਼ਾਦ ਬਣਾ ਕੇ ਇਹਨਾਂ ਨੂੰ ਖਵਾਉਂਦੀ ਹੈ। ਤਾਂ ਮਹਾਰਾਜ ਕਹਿੰਦੇ ਵਰਤਾਉਣ ਵਾਲੀ ਕੌਣ ਆ, ਭੰਡਾਰਨ ਕੌਣ ਆ, ਦੇਣ ਵਾਲੀ ਕੌਣ ਆ, ਭੰਡਾਰੇ ਚੋਂ ਲੈ ਲਓ ਜਾ ਕੇ, ਉਹ ਕੌਣ ਆ? ਦਇਆ। ਜਿੰਨੇ ਸ਼ੁਭ ਗੁਣ ਨੇ ਸਭ ਦਇਆ ਚੋਂ ਪ੍ਰਾਪਤ ਹੁੰਦੇ। ਧੌਲ ਧਰਮ ਦਇਆ ਕਾ ਪੂਤ। ਤੁਲਸੀਦਾਸ ਜੀ ਨੇ ਬੜਾ ਸੋਹਣਾ ਲਿਖਿਆ ਹੈ, ਧਰਮ ਦਾ ਮੂਲ ਕੀ ਆ? ਦਇਆ। ਪਾਪ ਦਾ ਮੂਲ ਕੀ ਆ? ਅਭਿਮਾਨ। ਸ਼ਾਸਤਰਾਂ ਵਿੱਚ ਇੱਕ ਗੱਲ ਹੋਰ ਬੜੀ ਸੋਹਣੀ ਲਿਖੀ ਆ ਵੀ ਤੂੰ ਸਾਰੇ ਵੇਦ ਪੜ੍ਹ ਸਕਦਾ ਹੈ? ਕਹਿੰਦਾ ਨਹੀਂ। ਤੂੰ ਸਾਰੇ ਯੱਗ ਕਰ ਸਕਦਾ ਹੈ? ਅੱਗਿਓਂ ਜਵਾਬ ਆਉਂਦਾ ਨਹੀਂ। ਤੂੰ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਸਕਦਾ ਹੈ? ਅੱਗੋਂ ਜਵਾਬ ਆਉਂਦਾ ਨਹੀਂ। ਤੂੰ ਸਾਰੇ ਅਭਿਸ਼ੇਕ ਕਰ ਸਕਦਾ ਹੈ? ਅਭਿਸ਼ੇਕ ਕਹਿੰਦੇ ਨੇ ਭਗਵਾਨ ਦੀਆਂ ਮੂਰਤੀਆਂ ਦੇ ਇਸ਼ਨਾਨ ਕਰਾਉਣੇ, ਦੁੱਧ ਨਾਲ, ਘਿਓ ਨਾਲ, ਸ਼ਹਿਦ ਨਾਲ, ਸ਼ੱਕਰ ਨਾਲ। ਫਿਰ ਇਸ਼ਨਾਨ ਕਰਾ ਕੇ ਮੂਰਤੀਆਂ ਨੂੰ ਫਿਰ ਸਜਾਉਣਾ, ਉਹਨੂੰ ਅਭਿਸ਼ੇਕ ਕਹਿ ਦਿੰਦੇ। ਤੂੰ ਸਾਰੇ ਅਭਿਸ਼ੇਕ ਕਰ ਸਕਦਾ ਹੈ? ਨਹੀਂ। ਜਵਾਬ ਆਇਆ ਨਹੀਂ ਕਰ ਸਕਦਾ। ਵੀ ਸਾਰਾ ਕੁਝ ਕਿਵੇਂ ਕਰ ਸਕਦਾ ਹੈ? ਅੱਗਿਓਂ ਸਵਾਲ ਕੀਤਾ, ਫਿਰ ਕਹਿੰਦੇ ਇੱਕ ਕੰਮ ਕਰ ਲਾ, ਕੀ? ਦਇਆ। ਸਭ ਕੁਝ ਮਿਲੂਗਾ ਆਪਣੇ ਆਪ। ਬੜਾ ਸੋਹਣਾ ਸ਼ਲੋਕ ਉਚਾਰਨ ਕੀਤਾ ਹੈ ਵੀ ਸਾਰੇ ਵੇਦ ਮੈਂ ਨਹੀਂ ਪੜ੍ਹ ਸਕਦਾ, ਸਾਰੇ ਤੀਰਥਾਂ ਦੀ ਯਾਤਰਾ ਮੈਂ ਨਹੀਂ ਕਰ ਸਕਦਾ, ਸਾਰੇ ਯੱਗ ਮੈਂ ਨਹੀਂ ਕਰ ਸਕਦਾ, ਅਭਿਸ਼ੇਕ ਮੈਂ ਨਹੀਂ ਕਰ ਸਕਦਾ। ਅੱਗਿਓਂ ਜਵਾਬ ਆਉਂਦਾ ਭਗਵਾਨ ਦਾ, ਕਹਿੰਦੇ ਦਇਆ ਤੇ ਕਰ ਸਕਦਾ ਨਾ। ਦਇਆ ਤੇ ਕਰ, ਕਿਉਂ? ਦਇਆ ਵਿੱਚ ਸਭ ਕੁਝ ਆ ਜਾਂਦਾ ਹੈ। ਇੱਕ ਬਾਦਸ਼ਾਹ ਦਾ ਤੁਸੀਂ ਨਾਂ ਸੁਣਿਆ ਹੋਣਾ, ਸੁਬਤਦੀਨ। ਸਿਪਾਹੀ ਹੁੰਦਾ ਸੀ। ਇੱਕ ਦਿਨ ਸ਼ਿਕਾਰ ਖੇਡਣ ਗਿਆ, ਹਿਰਨ ਨਿਗਾਹ ਪੈ ਗਿਆ, ਘੋੜਾ ਪਿੱਛੇ ਭਜਾਇਆ ਪਰ ਉਹਨੇ ਰਲ ਨਾ ਦਿੱਤਾ, ਪਰ ਉਹਦੇ ਪਿੱਛੇ ਉਹਦਾ ਬੱਚਾ ਆਉਂਦਾ ਸੀ, ਉਹ ਪਿੱਛੇ ਰਹਿ ਗਿਆ। ਬੜੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਨਾ ਮਿਲਿਆ, ਹਾਰ ਕੇ ਬੱਚੇ ਨੂੰ ਫੜ ਕੇ ਲੱਤਾਂ ਤੋਂ ਘੋੜੇ ਦੇ ਨਾਲ, ਕਾਠੀ ਦੇ ਨਾਲ ਜਗ੍ਹਾ ਬਣੀ ਹੁੰਦੀ ਸ਼ਿਕਾਰ ਟੰਗਣ ਦੀ, ਟੰਗ ਕੇ ਤੁਰ ਪਏ। ਹੁਣ ਮੌਤ ਤੋਂ ਵੱਡਾ ਕੀ ਹੈ? ਮੋਹ। ਜਦੋਂ ਹਰਨੀ ਨੇ ਦੇਖਿਆ ਨਾ ਵੀ ਮੇਰਾ ਬੱਚਾ ਲਈ ਜਾਂਦਾ ਹੈ, ਤਾਂ ਉਹ ਝਾੜੀਆਂ ਚੋਂ ਬਾਹਰ ਆ ਗਈ। ਸੁਬਤਦੀਨ ਦੇਖਦਾ ਹੈ ਵੀ ਪਿੱਛੇ ਆਉਂਦੀ ਪਈ ਹੈ, ਭੁੱਖ ਬੜੀ ਲੱਗੀ ਹੈ ਸੁਬਤਦੀਨ ਨੂੰ, ਪਰ ਫਿਰ ਦੇਖਦਾ ਵੀ ਇਹ ਤੇ ਪਿੱਛੇ ਤੁਰੀ ਆਉਂਦੀ ਹੈ, ਮਰਨ ਤੋਂ ਵੀ ਨਹੀਂ ਡਰਦੀ ਪਈ। ਅਖੀਰ ਤਰਸ ਕਰਕੇ ਬੱਚੇ ਨੂੰ ਘੋੜੇ ਤੋਂ ਲਾਹ ਦਿੰਦਾ ਤੇ ਲੱਤਾਂ ਖੋਲ ਦਿੰਦਾ। ਚੱਲ ਕੋਈ ਨਹੀਂ, ਕਹਿੰਦਾ ਨਾ ਸਹੀ, ਅੱਜ ਜਿੱਥੇ ਇੰਨੇ ਦਿਨ ਭੁੱਖੇ ਗੁਜ਼ਾਰੇ ਵੀ ਸਹੀ। ਤਰਸ ਆ ਗਿਆ, ਦਇਆ ਆ ਗਈ। ਕਹਿੰਦੇ ਇਤਿਹਾਸ ਕਹਿੰਦਾ ਜਿੱਦਣ ਉਹ ਰਾਤ, ਉਸ ਰਾਤ ਜਦੋਂ ਸੁੱਤਾ ਨਾ ਜਾ ਕੇ, ਤਾਂ ਉਹਨੂੰ ਸੁਪਨੇ ਦੇ ਵਿੱਚ ਫਰਿਸ਼ਤੇ ਦੇ ਦਰਸ਼ਨ ਹੋਏ। ਹਿੰਦੂ ਧਰਮ ਵਾਲੇ ਦੇਵੀ ਦੇਵਤੇ ਕਹਿ ਦਿੰਦੇ, ਇਸਲਾਮ ਵਾਲੇ ਫਰਿਸ਼ਤੇ ਕਹਿ ਦਿੰਦੇ, ਇੰਨਾ ਕੁ ਫਰਕ।
ਦਰਸ਼ਨ ਹੋਏ ਫਰਿਸ਼ਤੇ ਦੇ ਤੇ ਫਰਿਸ਼ਤਾ ਉਹਨੂੰ ਕਹਿ ਦਿੰਦਾ ਸੁਬਦੀਨ, ਜਾਂ ਖੁਦਾ ਨੇ ਖੁਸ਼ ਹੋ ਕੇ ਤੇਰਾ ਨਾਮ ਬਾਦਸ਼ਾਹਾਂ ਦੀ ਸੂਚੀ 'ਚ ਲਿਖ ਦਿੱਤਾ। ਅੱਜ ਸਮਾਂ ਪਾ ਕੇ ਉਹ ਬਾਦਸ਼ਾਹ ਹੋਇਆ। ਤਾਂ ਧਾਰਮਿਕ ਗ੍ਰੰਥ ਕਹਿੰਦੇ, ਗੁਰਬਾਣੀ ਕਹਿੰਦੀ ਹੈ ਕਿ ਜਿਨਨੇ ਦਇਆ ਕਰ ਲਈ ਉਹਨੇ ਸਭ ਕੁਝ ਹੀ ਕਰ ਲਿਆ। ਦਇਆ ਇੱਕ ਦੈਵੀ ਗੁਣ ਆ, ਬੰਦੇ ਦੇ ਅੰਦਰ ਰਹਿੰਦਾ ਹੈ, ਜਿਹਦੇ ਨਾਲ ਇਹਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਤੇ ਆਤਮਿਕ ਸ਼ਾਂਤੀ ਜਿਹੜੀ ਹੈ ਨਾ, ਇਹ ਬਾਜ਼ਾਰ 'ਚੋਂ ਨਹੀਂ ਮਿਲਦੀ, ਭਾਵੇਂ ਤੁਸੀਂ ਕਰੋੜਾਂ ਪਤੀ ਹੋ ਤੇ ਭਾਵੇਂ ਤੁਸੀਂ ਅਰਬਾਂ ਪਤੀ। ਬਾਜ਼ਾਰ ਦੇ ਵਿੱਚੋਂ ਸਮਾਨ ਮਿਲਦਾ ਹੈ, ਮਨ ਦੀ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਦਇਆ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਵਿੱਚੋਂ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਹਰ ਧਰਮ ਦੇ ਵਿੱਚ ਬੋਧੀ ਤੇ ਬਹੁਤ ਜ਼ਿਆਦਾ ਹੀ ਕਰਦੇ ਨੇ, ਜੈਨੀ ਤੇ ਬਹੁਤ ਜ਼ਿਆਦਾ ਹੀ ਰੱਖਦੇ। ਕੁਰਾਨ ਦੇ ਵਿੱਚ ਲਿਖਿਆ, ਤੂੰ ਲੋਕਾਂ ਤੇ ਦਇਆ ਕਰ, ਖੁਦਾ ਦੀ ਦਇਆ ਤੇਰੇ ਤੇ ਬਰਸੇਗੀ। ਕੁਰਾਨ ਵੀ ਮੰਨਦੀ। ਈਸਾਈ ਤੇ ਇਸ ਦਇਆ ਨੂੰ ਮੁੱਢਲੇ ਅਸੂਲਾਂ 'ਚ ਰੱਖਦੇ ਨੇ, ਹਸਪਤਾਲ ਬਣਾਉਂਦੇ ਨੇ, ਬੜਾ ਕੁਝ ਕਰਦੇ। ਤੇ ਸਿੱਖ ਧਰਮ ਦੇ ਵਿੱਚ ਦਇਆ ਹੈ, ਪਰ ਇਸ ਦਇਆ ਨੂੰ ਕੋਈ ਕਮਜ਼ੋਰੀ ਨਾ ਸਮਝ ਲੇ। ਜਿੱਥੇ ਭੁੱਖੇ ਵਾਸਤੇ ਲੰਗਰ ਹੈ, ਉੱਥੇ ਸਿਰ ਫਿਰੇ ਵਾਸਤੇ ਤਲਵਾਰ ਵੀ ਹੈ, ਕਿਰਪਾਨ ਵੀ ਦਿੱਤੀ ਗਈ। ਤਾਂ ਮਹਾਰਾਜ ਕਹਿੰਦੇ, ਦਇਆ ਭੰਡਾਰਨ ਕੌਣ ਹੈ? ਦਇਆ, ਜਿੱਥੋਂ ਸਾਰੇ ਸ਼ੁਭ ਗੁਣ ਪ੍ਰਾਪਤ ਹੁੰਦੇ ਨੇ। ਘਟ ਘਟ ਵਾਜਿਆ ਹੈ ਨਾਦ। ਤੇ ਜਦੋਂ ਮਾਈ ਭੰਡਾਰਨ ਭੋਜਨ ਬਣਾ ਲੈਂਦੀ ਹੈ, ਪ੍ਰਸ਼ਾਦ ਬਣਾ ਲੈਂਦੀ ਹੈ ਨਾ ਜੋਗੀਆਂ ਦਾ, ਤਾਂ ਫਿਰ ਉਹ ਇੱਕ ਬਿਗਲ ਵਜਾਉਂਦੇ ਆ, ਜਿੱਥੋਂ ਪਤਾ ਲੱਗਦਾ ਵੀ ਲੰਗਰ ਬਣ ਗਿਆ। ਜਿਵੇਂ ਖਾਲਸੇ ਦੇ ਵਿੱਚ ਨਗਾਰਾ ਵੱਜਦਾ ਹੈ ਜਾਂ ਆਵਾਜ਼ ਦਿੱਤੀ ਜਾਂਦੀ ਹੈ, ਖਾਲਸੇ ਦਾ ਲੰਗਰ ਤਿਆਰ, ਜਿੰਨੇ ਛਕਣਾ ਆ ਜਾ। ਜੋਗੀਆਂ 'ਚ ਬਿਗਲ ਵੱਜਦਾ ਹੈ। ਮਹਾਂਪੁਰਖਾਂ ਨੇ ਬੜੇ ਸੋਹਣੇ ਅਰਥ ਕੀਤੇ। ਕਹਿੰਦੇ ਜਿਹੜੀ ਸਿੰਗੀ ਆ ਉਹ ਹੋਰ ਚੀਜ਼ ਆ, ਬਿਗਲ ਹੋਰ ਚੀਜ਼। ਸਿੰਗੀ ਜੋਗੀ ਜਦੋਂ ਖੁਸ਼ੀ 'ਚ ਆਉਂਦਾ ਉਸੇ ਵੇਲੇ ਵਜਾਈ ਜਾਂਦਾ, ਭਾਵੇਂ 24 ਘੰਟੇ ਵਜਾਈ ਜਾਵੇ। ਜਿਹੜਾ ਹਿਰਨ ਦਾ ਸਿੰਘ ਹੁੰਦਾ ਹੈ ਸਿੰਗੀ, ਤੇ ਜਿਹੜਾ ਬਿਗਲ ਹੁੰਦਾ ਹੈ ਇਹ ਉਦੋਂ ਹੀ ਵੱਜਦਾ ਜਦੋਂ ਭੁਗਤ ਤਿਆਰ ਹੋ ਗਈ ਆ, ਤੇ ਆਜੋ ਆਪੋ ਆਪਣੇ ਭਾਂਡੇ ਲੈ ਕੇ ਤੇ ਪਵਾ ਲਓ ਤੇ ਖਾ ਲਓ। ਤਾਂ ਜਿਹੜਾ ਘਟ ਗੁਰਮੁਖਾਂ ਦੇ ਘਟ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵੱਜਦਾ ਪਿਆ ਹੈ, ਸਿਮਰਨ ਚੱਲਦਾ ਪਿਆ ਹੈ, ਇਹੀ ਮਹਾਰਾਜ ਕਹਿੰਦੇ ਸਾਡਾ ਨਾਦ ਹੈ, ਜਿਹੜਾ ਗਿਆਨ ਰੂਪੀ ਭੋਜਨ ਦਇਆ ਵਰਤਾਉਣ ਵਾਲੀ ਹੈ। ਔਰ ਨਾਦ ਜਿਹੜਾ ਹਿਰਦਿਆਂ ਵਿੱਚ ਵਾਹਿਗੁਰੂ ਦਾ ਸਿਮਰਨ ਚੱਲਣਾ ਹੈ, ਇਹੀ ਬਿਗਲ ਵੱਜਦਾ ਹੈ, ਤਾਂ ਗਿਆਨ ਰੂਪੀ ਭੋਜਨ ਪ੍ਰਾਪਤ ਹੋ ਜਾਂਦਾ ਹੈ ਤੇ ਮਨ ਸੰਤੋਖ ਦੇ ਵਿੱਚ ਚਲੇ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਜੋਗੀ ਕਹਿੰਦੇ ਤੁਹਾਨੂੰ ਅਸੀਂ ਚੇਲਾ ਨਹੀਂ ਬਣਾਵਾਂਗੇ, ਮਹੰਤ ਬਣੋ, ਨਾਥ ਬਣੋ, ਸਵਾਮੀ ਬਣੋ, ਮਾਲਕ ਬਣੋ। ਮਹਾਰਾਜ ਕਹਿੰਦੇ ਸਾਨੂੰ ਕੋਈ ਇੱਛਾ ਨਹੀਂ ਪੂਜਾ ਕਰਾਉਣ ਦੀ। ਆਪਸ ਕੋ ਜੋ ਜਾਣੇ ਨੀਚਾ ਸੂ ਗਨੀਐ, ਸਭ ਤੇ ਉੱਚ। ਦੋ ਸੰਤਾਂ ਦੀ ਗੱਲ ਚੇਤੇ ਆਈ। ਆ ਤਖਤ ਸਾਹਿਬ ਦੇ ਪਿਛਲੇ ਬੰਨੇ ਮਸਤੂ ਆਣਾ ਬੁੰਗਾ ਜਦੋਂ ਬਣ ਗਿਆ, ਤਿਆਰ ਹੋ ਗਿਆ, ਸਭ ਕੁਝ ਹੋ ਗਿਆ, 9ਵੇਂ ਪਾਤਸ਼ਾਹ ਦੇ 10ਵੇਂ ਪਾਤਸ਼ਾਹ ਦੇ ਸਥਾਨ ਦੀ ਸੇਵਾ ਹੋਈ,
ਤਾਂ ਸੰਤ ਅਤਰ ਸਿੰਘ ਜੀ ਨੇ ਚਾਬੀਆਂ ਜਿਹੜੀਆਂ ਸੀ ਉਹ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਜੀ ਦੇ ਹੱਥਾਂ ਤੇ ਰੱਖਤੀਆਂ। ਕਿਸੇ ਨੇ ਇੱਕ ਇੱਟ ਲਾਈ ਹੋਵੇ ਛੱਡਣ ਨੂੰ ਰਾਜੀ ਆ ਕੋਈ? ਇਦਾਂ ਨਹੀਂ ਪਤਾ ਲੱਗਣਾ, ਜਦੋਂ ਕਿਤੇ ਪਿੱਛੇ ਜਾ ਕੇ ਦਰਸ਼ਨ ਕਰੋਗੇ ਜਿੰਨੀ ਬਿਲਡਿੰਗ ਬਣੀ ਆ, ਜਿੰਨੀ ਜਾਇਦਾਦ ਆ, ਫੇਰ ਪਤਾ ਲੱਗੇਗਾ। ਤੇ ਸੰਤ ਮਹਾਂਪੁਰਖ ਇੱਕ ਨੇ ਬਣਾਇਆ ਤੇ ਦੂਜੇ ਨੂੰ ਕਹਿੰਦੇ ਜੀ ਤੁਸੀਂ ਲੈ ਲਓ, ਅਸੀਂ ਤੇ ਬੀਜ ਬੀਜਣ ਵਾਲੇ ਆ, ਪਾਣੀ ਤੇ ਤੁਸੀਂ ਪਾਉਣਾ ਨਾ। ਸੰਤ ਅਤਰ ਸਿੰਘ ਜੀ ਕਹਿੰਦੇ ਅਸੀਂ ਤਾਂ ਪ੍ਰਚਾਰ ਕੀਤਾ, ਅੰਮ੍ਰਿਤ ਛਕਾਏ, ਪਰ ਕਥਾ ਪ੍ਰਚਾਰਕਾਂ ਦਾ ਪ੍ਰਚਾਰ ਹੋਵੇਗਾ ਤੇ ਉਹ ਗੁਰਸਿੱਖੀ ਜਿਹੜੀ ਹਰੀ ਭਰੀ ਰਹੇਗੀ, ਨਹੀਂ ਤੇ ਭੁੱਲ ਜਾਣਗੇ ਫਿਰ ਰਸੂਲਾਂ। ਦੂਸਰੇ ਮਹਾਤਮਾ ਸੰਤ ਬਾਬਾ ਸੁੰਦਰ ਸਿੰਘ ਜੀ ਕਿੱਡੇ ਤਿਆਗੀ ਹੋਣਗੇ। ਉਹਨਾਂ ਹੱਥ ਜੋੜਤੇ, ਨਹੀਂ ਮਹਾਂਪੁਰਖੋ ਆਪ ਜੀ ਰੱਖੋ। ਇਹ ਕਿੱਥੋਂ ਸਿੱਖਿਆ ਮਿਲੀ ਹੈ? ਗੁਰੂ ਤੋਂ। ਤਿਆਗ ਵਿਰਾਗ ਯੋਗ ਕਿੱਦਾਂ ਦਾ ਉਹ ਵੀ ਸਤਿਗੁਰੂ ਦੱਸਦੇ, ਤਿਆਗ ਕਿੱਦਾਂ ਦਾ ਉਹ ਵੀ ਸਤਿਗੁਰੂ ਦੱਸਦੇ ਨੇ, ਵਿਰਾਗ ਕਿੱਦਾਂ ਦਾ ਉਹ ਵੀ ਸਤਿਗੁਰੂ ਦੱਸਦੇ ਨੇ। ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਇੱਥੇ ਕੀ ਕਹਿੰਦੇ ਨੇ? ਪੂਜਾ ਕਰਾਉਣ ਦੀ ਇੱਛਾ ਨਹੀਂ। ਆਪ ਨਾਥ ਪਰਮਾਤਮਾ ਆਪ ਹੀ ਸੁਆਮੀ ਆ, ਮਾਲਕ। ਨਾਥ ਕਹਿੰਦੇ ਮਾਲਕ ਨੂੰ, ਮਹੰਤ ਨੂੰ। ਨਾਥੀ ਸਭ ਜਾਗੀ, ਜਿਨ੍ਹੇ ਆਪਣੇ ਹੁਕਮ ਰੂਪੀ ਸੂਤਰ ਵਿੱਚ ਸਾਰੇ ਸੰਸਾਰ ਨੂੰ ਨੱਥ ਪਾ ਕੇ ਰੱਖੀ। ਉਹਦੇ ਹੁਕਮ ਦੇ ਵਿੱਚ ਹੁੰਦਾ। ਪਿੱਛੇ ਜੇ ਦੁਨੀਆ ਨੂੰ ਰੱਬ ਭੁੱਲ ਗਿਆ, ਇੱਕ ਨਿੱਕਾ ਜਿਹਾ ਕੀੜਾ ਉੱਠਿਆ ਜਿਹਨੂੰ ਕਰੋਨਾ ਵਾਇਰਸ ਕਹਿੰਦੇ ਨੇ, ਸਾਰਿਆਂ ਦੇ ਹੱਥ ਖੜੇ ਕਰਾਤੇ। ਕਿੱਦਾਂ ਦੀ ਬਿਮਾਰੀ? ਇੱਕ ਬੰਦੇ ਦੇ ਸਰੀਰ 'ਚ ਸਿਮਟਨ ਹੋਰ ਨੇ, ਦੂਜੇ ਦੇ ਸਰੀਰ 'ਚ ਹੋਰ ਹੋ ਜਾਂਦੇ ਨੇ। ਏਡੀ ਸ਼ੈਤਾਨ ਬਿਮਾਰੀ ਚੱਲੀ ਆ, ਜੇ ਤੁਸੀਂ ਇੱਕ ਦਾ ਇਲਾਜ ਕਰ ਵੀ ਲਓ, ਦੂਜੇ 'ਚ ਉਹ ਬਿਲਕੁਲ ਹੀ ਬਦਲ ਜਾਂਦੀ, ਪਤਾ ਹੀ ਨਹੀਂ ਲੱਗਦਾ। ਤੀਜੇ 'ਚ ਉਹ ਬਿਲਕੁਲ ਬਦਲ ਜਾਂਦੀ, ਪਤਾ ਹੀ ਨਹੀਂ ਲੱਗਦਾ। ਬਿਮਾਰੀ ਇੰਨੀ ਸ਼ੈਤਾਨ ਹੋ ਗਈ ਆ, ਆਪਣੇ ਆਪ ਨੂੰ ਲੁਕਾਉਣ ਲੱਗ ਪਈ। ਅਖੀਰ ਪਰਮਾਤਮਾ ਸਰਬ ਸ਼ਕਤੀਮਾਨ ਹੈ, ਉਹਦੇ ਦਰ ਅੱਗੇ ਝੁਕਣਾ ਪੈਂਦਾ ਹੈ, ਜਿਹਦੇ ਹੁਕਮ ਰੂਪੀ ਸੂਤਰ ਵਿੱਚ ਸਾਰਾ ਸੰਸਾਰ ਹੀ ਨੱਥਿਆ ਪਿਆ। ਇੱਕ ਬੜੀ ਸੋਹਣੀ ਗਾਥਾ ਯਾਦ ਆਈ, ਭਾਈ ਸਹਿਜ ਰਾਮ। ਇੱਕ ਦਿਨ ਨਾ ਕਥਾ ਸੁਣਦੇ ਪਏ, ਤੇ ਕਥਾ ਸੁਣਦਿਆਂ ਕਥਾਕਾਰ ਜਿਹੜੇ ਸੰਤ ਸੀ ਉਹ ਕਥਾ ਕਰਦੇ ਕਰਦੇ ਕਹਿਣ ਲੱਗੇ ਵੀ ਭਰੋਸਾ ਰੱਖੋ, ਹੇ ਮਨ ਤੂੰ ਧੀਰਜ ਕਰ, ਪਰਮਾਤਮਾ ਮੂੰਹ ਭੰਨ ਕੇ ਦੰਦ ਭੰਨ ਕੇ ਵੀ ਰੋਟੀ ਦਿੰਦਾ ਹੈ। ਤੇ ਸੰਤਾਂ ਦੇ ਵੀ ਬਚਨ ਨੇ, ਪਾਖਾਨ ਕੀਟ ਗੁਪਤ ਹੋਏ ਰਹਿਤਾ ਤਾਜੋ ਮਾਰਗ ਨਾਹੀ, ਕਹਿ ਧੰਨਾ ਪੂਰਨਤਾ ਹੋਵੇ ਮਾਤਰੇ ਜੀ ਡਰਾਹੀ। ਸ਼੍ਰੀਮਾਨ ਭਗਤ ਧੰਨਾ ਸਾਹਿਬ ਕਹਿੰਦੇ, ਪੱਥਰਾਂ ਦੇ ਵਿੱਚ ਵੀ ਦੇਣ ਵਾਲਾ ਤੇ ਤੂੰ ਕਿਉਂ ਡਰਦਾ ਹੈ? ਭਾਈ ਸਹਿਜ ਰਾਮ ਜੀ ਦੇ ਮਨ ਚ ਆਇਆ, ਇਸ ਪੰਕਤੀ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ। ਇੱਕ ਜੰਗਲ ਦੇ ਵਿੱਚ ਚਲੇ ਗਏ ਵੀ ਐਸੇ ਸੰਘਣੇ ਜੰਗਲ 'ਚ ਜਿੱਥੇ ਬੰਦੇ ਦਾ ਤੇ ਪਰਿੰਦੇ ਦਾ ਕੋਈ ਨਾਮ ਨਾ ਹੋਵੇ, ਤੇ ਚੌਂਕੜਾ ਮਾਰ ਕੇ ਬਹਿ ਗਏ ਵੀ ਦੇਖਦੇ ਆ ਪਚਾਉਂਦਾ ਕਿ ਨਹੀਂ ਪਚਾਉਂਦਾ। ਜਦੋਂ ਪ੍ਰਸ਼ਾਦੇ ਦਾ ਸਮਾਂ ਹੋਇਆ ਨਾ, ਗੁਰੂ ਘਰ ਦੇ ਸਿੱਖ ਮਹਾਂਪੁਰਸ਼ ਹੋਏ ਸ਼੍ਰੀਮਾਨ ਭਾਈ ਸਹਿਜ ਰਾਮ, ਇੱਕ ਬਰਾਤ ਰਸਤਾ ਭੁੱਲ ਗਈ ਤੇ ਜੰਗਲ ਦੇ ਰਾਹ ਪੈ ਗਏ। ਊਠਾਂ ਤੇ ਬਰਾਤ ਜਾਂਦੀ ਪਈ ਸੀ, ਤੇ ਜਿਹੜਾ ਨਾਇਕ ਸੀ ਉਹ ਕਹਿਣ ਲੱਗਾ, ਊਠ ਥੱਕ ਗਏ ਨੇ, ਰਾਹ ਲੱਭਦੇ, ਹੁਣ ਇੱਥੇ ਘੜੀ ਆਰਾਮ ਕਰ ਲਓ। ਸਮਾਨ ਲਾਇਆ,
ਲਾ ਕੇ ਆਰਾਮ ਕਰਨ ਲੱਗੇ, ਸਾਰੇ ਜਲ ਪਾਣੀ ਛਕਣ ਲੱਗੇ ਤੇ ਆਪਦੇ ਸਰਦਾਰ ਨਾਇਕ ਨੂੰ ਕਹਿੰਦਾ ਮੇਰਾ ਨਿਯਮ ਆ ਕਿਸੇ ਸਾਧੂ ਨੂੰ ਅਭਿਆਗਤ ਨੂੰ ਜਿੰਨਾ ਚਿਰ ਛਕਾ ਨਾ ਲਵਾਂ ਮੈਂ ਰੋਟੀ ਨਹੀਂ ਖਾਂਦਾ। ਰੋਟੀ ਵੀ ਖਾਣੀ ਹੈ, ਕੁਝ ਨਾ ਕੁਝ ਚੰਗਾ ਕਰਕੇ ਖਾਓ, ਇਹ ਮੇਰਾ ਨਿਯਮ। ਉਹ ਕਹਿੰਦੇ ਇੱਥੇ ਜੰਗਲ ਦੇ ਵਿੱਚ ਤੇ ਨਹੀਂ ਫਿਰ ਕੋਈ ਆਉਂਦਾ, ਭੁੱਖਾ ਮਰਨ ਦਾ ਇਰਾਦਾ ਤੇ ਤੇਰੀ ਮਰਜ਼ੀ। ਉਹ ਕਹਿੰਦਾ ਇੱਕ ਦਿਨ ਬਦਲੇ ਹੁਣ ਅਸੂਲ ਥੋੜੀ ਬਦਲ ਸਕਦਾ ਮੈਂ, ਜਿਹੜਾ ਇੰਨੇ ਚਿਰ ਦਾ ਅਸੂਲ ਹੈ। ਅਖੀਰ ਉਹ ਨਾਲ ਦੇ ਬੰਦਿਆਂ ਦੇ ਮਨ ਚ ਆਈ ਵੀ ਸਾਡਾ ਸਰਦਾਰ ਹੈ, ਅਸੀਂ ਖਾਂਦੇ ਚੰਗੇ ਨਹੀਂ ਲੱਗਦੇ। 5-7 ਬੰਦਿਆਂ ਨੇ ਜੀ ਉਦਮ ਕੀਤਾ, ਦੇਖੀਏ ਕੋਈ ਜੰਗਲ ਚ ਮਿਲ ਜਾਵੇ। ਤਾਂ ਦਰਖਤਾਂ ਦੀ ਝੁੰਗੀ ਦੇ ਵਿੱਚ ਕੱਪੜੇ ਦਿਖੇ ਇੱਕ ਮਨੁੱਖ ਦੇ। ਉਹ ਕੌਣ ਸੀ? ਭਾਈ ਸਹਿਜ ਰਾਮ। ਲੰਮੇ ਪਏ, ਜਦੋਂ ਦੇਖਿਆ ਚਾਹ ਚੜ ਗਿਆ, ਪਰ ਜਦੋਂ ਲਾਗੇ ਜਾ ਕੇ ਆਵਾਜ਼ ਮਾਰੀ ਤਾਂ ਭਾਈ ਸਹਿਜ ਰਾਮ ਨੇ ਬਿਲਕੁਲ ਅੱਖਾਂ ਮੀਚ ਲਈ, ਕੱਪੜਾ ਮੂੰਹ ਤੇ ਲੈ ਲਿਆ। ਉਹਨਾਂ ਨੇ ਹਿਲਾ ਕੇ ਵੇਖਿਆ ਤਾਂ ਭਾਈ ਸਹਿਜ ਰਾਮ ਨੇ ਕੋਈ ਜਵਾਬ ਨਾ ਦਿੱਤਾ। ਹੋਇਆ ਕਿ ਆਪਦੇ ਸਰਦਾਰ ਨੂੰ ਆਣ ਕੇ ਕਹਿਣ ਲੱਗੇ ਬੰਦਾ ਤੇ ਲੱਭ ਗਿਆ ਹੈ, ਪਰ ਪਤਾ ਨਹੀਂ ਮਰਿਆ ਕਿ ਜਿਉਂਦਾ ਕਿ ਬੇਹੋਸ਼ ਆ। ਉਹ ਕਹਿੰਦਾ ਭੁੱਖ ਪਿਆਸ ਦੇ ਨਾਲ ਦੰਦਲ ਪੈ ਗਈ ਹੋਣੀ ਹੈ, ਜਾਂ ਕੁੰਜੀ ਲਿਆਓ ਦੰਦਲ ਭੰਨੀਏ। ਦੰਦਲ ਕੁੰਜੀ ਲੈ ਕੇ ਆਏ ਤੇ ਜਦੋਂ ਭਾਈ ਸਹਿਜ ਰਾਮ ਦੇ ਚਿਹਰੇ ਤੋਂ ਕੱਪੜਾ ਲਾਹ ਕੇ ਉਹ ਸਰਦਾਰ ਕਹਿੰਦਾ 2 ਉਤਲੇ ਭੰਨ ਦੋ, 2 ਥਲੜੇ ਭੰਨ ਦੋ ਤੇ ਲਿਆਓ ਸ਼ਰਬਤ ਇਹਦੇ ਮੂੰਹ ਚ ਪਾਈਏ। ਤਾਂ ਭਾਈ ਸਹਿਜ ਰਾਮ ਮਨ ਚ ਸੋਚਣ ਲੱਗੇ ਵੀ ਦੰਦ ਭਨਾ ਕੇ ਪੀਣਾ ਕਿ ਬੰਦਿਆਂ ਕੋ ਉੱਠ ਕੇ ਪੀਣਾ ਹੀ ਹੋਣਾ। ਇਹ ਰੱਬ ਨੇ ਤੇ ਬਚਨ ਪੂਰਾ ਕਰ ਦਿੱਤਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਜਲ ਮਹਿ ਜੰਤੋ ਪਾਇਨ ਤਿਨਾ ਪੇ ਰੋਜ਼ੀ ਦੇ। ਤਾਂ ਸਤਿਗੁਰੂ ਕਹਿੰਦੇ ਆਪ ਨਾਥ ਨਾਥੀ ਸਭ ਜਾ ਕੇ, ਸਭ ਉਹਦੇ ਹੁਕਮ ਚ। ਤੇ ਜੋਗੀ ਕਹਿੰਦੇ ਮਹਾਰਾਜ ਰਿੱਧੀਆਂ ਸਿੱਧੀਆਂ, ਤਾਂ ਮਹਾਰਾਜ ਕਹਿੰਦੇ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਇਹ ਅਵਰਾ ਸਾਧ ਨੇ। ਅਵਰ ਕਹਿੰਦੇ ਪੜਦੇ ਨੇ, ਇਹ ਆਤਮਾ ਤੇ ਪਰਮਾਤਮਾ ਵਿੱਚ ਪੜਦਾ ਕਰ ਦੇਣ ਵਾਲਾ ਸਵਾਦ ਹੈ। ਇਹ ਪਰਮਾਤਮਾ ਨੂੰ ਮਿਲ ਨਹੀਂ ਦਿੰਦੀਆਂ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਚੇਲੇ ਹੁੰਦੇ ਨੇ ਜੋਗੀਆਂ ਦੇ, 2 ਚੇਲੇ, ਇੱਕ ਕਠਾਰੀ ਤੇ ਇੱਕ ਭੰਡਾਰੀ। ਆਈ ਹੋਈ ਚੀਜ਼ ਨੂੰ ਸਾਂਭਣ ਵਾਲੇ ਨੂੰ ਕਠਾਰੀ ਕਹਿੰਦੇ ਨੇ ਤੇ ਸਾਂਭਣ ਵਾਲੀ ਚੀਜ਼ ਨੂੰ ਵਰਤਾਉਣ ਵਾਲੇ ਨੂੰ ਭੰਡਾਰੀ ਕਹਿੰਦੇ ਨੇ। 2 ਚੇਲੇ। ਮਹਾਰਾਜ ਕਹਿੰਦੇ ਸੰਜੋਗ ਤੇ ਵਿਯੋਗ 2 ਚੇਲੇ ਨੇ। ਸੰਜੋਗ ਦੇ ਨਾਲ ਵਸਤੂ ਸਾਨੂੰ ਮਿਲਦੀ ਹੈ ਤੇ ਵਿਯੋਗ ਦੇ ਨਾਲ ਇੱਕ ਦਿਨ ਵਿਛੜ ਜਾਂਦੀ। ਸੰਜੋਗ ਕੀ ਹੋ ਗਿਆ? ਕਠਾਰੀ, ਤੇ ਵਿਯੋਗ ਕੀ ਹੋ ਗਿਆ? ਭੰਡਾਰੀ। ਦੋਏ ਕਾਰ ਚਲਾਵੇ। ਸੰਸਾਰ ਦੀ ਜਿਹੜੀ ਮਰਿਆਦਾ ਹੈ ਸੰਜੋਗ ਤੇ ਵਿਯੋਗ ਹੀ ਚਲਾਉਂਦੇ ਨੇ। ਕੁਝ ਆਈ ਜਾਂਦਾ ਹੈ, ਕੁਝ ਜਾਈ ਜਾਂਦਾ ਹੈ, ਬਸ ਇਦਾਂ ਹੀ ਦੁਨੀਆ ਚੱਲਦੀ। ਤਾਂ ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਛਾਂਦੇ ਮਿਲਦੇ ਨੇ, ਹਿੱਸੇ ਮਿਲਦੇ ਨੇ ਛਕਣ ਛਕਾਉਣ ਦੇ। ਮਹਾਰਾਜ ਕਹਿੰਦੇ ਜੋ ਪਰਾਲਬਧ ਵਿੱਚ ਲਿਖਿਆ, ਲੇਖਾਂ ਵਿੱਚ ਲਿਖਿਆ, ਉਹਦੇ ਮੁਤਾਬਕ ਭਾਗ ਜਿਹੜਾ ਹਿੱਸਾ ਵਾ ਸੁੱਖ ਦਾ ਦੁੱਖ ਦਾ ਉਹ ਸਭ ਨੂੰ ਮਿਲਦਾ ਹੈ, ਸਭ ਤੋਂ ਆਉਣਾ ਹੈ। ਤਾਂ ਸੁੱਖ ਦੁੱਖ ਪਰਾਲਬਧ ਅਨੁਸਾਰ ਜਿਹੜਾ ਭੋਗਣਾ ਹੈ ਇਹੀ ਭਾਗ ਹਿੱਸਾ ਪ੍ਰਾਪਤ ਹੁੰਦਾ ਹੈ ਸਾਰੇ ਜੀਵਾਂ ਨੂੰ। ਆਦੇਸ ਤਿਸੈ ਆਦੇਸ। ਨਮਸਕਾਰਾਂ ਹੁੰਦੀਆਂ ਨੇ, ਪੂਜਾ ਹੁੰਦੀ ਹੈ। ਆਦੇਸ ਜੋਗੀਆਂ ਦਾ ਬੋਲਾ ਹੈ, ਨਮਸਕਾਰ ਕਹਿੰਦੇ ਹਨ। ਮਹਾਰਾਜ ਕਹਿੰਦੇ ਆਦੇਸ ਨਮਸਕਾਰ ਕਿਹਨੂੰ? ਆਦੇਸ ਜਿਹੜਾ ਦੇਸ਼ ਵਸਤੂ ਕਾਲ ਰਹਿਤ ਹੈ, ਜਿਹੜਾ ਹੱਦ ਬੰਦੀਆਂ ਤੋਂ ਰਹਿਤ ਹੈ, ਅੰਤ ਤੋਂ ਰਹਿਤ, ਅੰਤ ਨਾ ਅੰਤ ਸਦਾ ਬੇਅੰਤ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਜਿਹੜਾ ਬੇਅੰਤ ਪਰਮੇਸ਼ਰ ਹੈ
ਜਿਹੜਾ ਵਿਆਪਕ ਬ੍ਰਹਮ ਹੈ ਉਹਨੂੰ ਆਦੇਸ਼ ਨਮਸਕਾਰ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦ ਸਭ ਦਾ ਮੁੱਢ ਰੂਪ ਹੈ, ਸਭ ਦਾ ਧੁਰਾ ਹੈ। ਅਨੀਲ ਜਿਹੜਾ ਪਰਮਾਤਮਾ ਗਿਣਤੀ ਤੋਂ ਰਹਿਤ ਹੈ, ਰੰਗ ਰੂਪ ਤੋਂ ਰਹਿਤ ਹੈ। ਅਨਾਦ ਹੈ ਤਾਂ ਮੁੱਢ ਸਾਰਿਆਂ ਦਾ, ਪਰ ਉਹ ਮੁੱਢ ਤੁਸੀਂ ਜਾਣ ਨਹੀਂ ਸਕਦੇ ਵੀ ਕਦੋਂ ਦਾ ਉਹ ਹੈ, ਕਿਹੜੇ ਸਮੇਂ ਤੋਂ ਹੈ। ਕੋਈ ਤਰੀਕ ਨਹੀਂ, ਕੋਈ ਸਮਾਂ ਨਹੀਂ, ਕੋਈ ਵਾਰ ਨਹੀਂ। ਤਾਂ ਜਿਹਦਾ ਆਦ ਮੁੱਢ ਵੀ ਨਹੀਂ ਜਾਣਿਆ ਜਾਂਦਾ, ਅਨਾਹਤ ਜਿਹੜਾ ਖਤਮ ਨਹੀਂ ਹੁੰਦਾ, ਮਾਰਿਆ ਮਰਦਾ ਨਹੀਂ, ਜਿਹੜਾ ਇੱਕ ਰਸ ਹੈ। ਕਿੱਦਾਂ ਦਾ ਇੱਕ ਰਸ? ਜੁਗ ਜੁਗ ਏਕੋ ਵੇਸ। ਯੁੱਗ ਕਹਿੰਦੇ ਦੋ ਨੂੰ, ਦੋ ਵਾਰੀ ਯੁੱਗ ਹੋਏ, ਚਾਰ ਹੋ ਗਏ, ਚਾਰ ਖਾਣੀਆਂ, ਅੰਡਾ ਜੇਰ ਸੇਤਜ ਉਤਪਜ। ਇਹਨਾਂ ਚਾਰਾਂ ਖਾਣੀਆਂ ਦੇ ਵਿੱਚ ਇੱਕ ਆਤਮ ਵੇਸ਼ ਸਰੂਪ ਕਰਕੇ ਜਿਹੜਾ ਬੈਠਾ ਹੈ, ਹਰ ਜਗ੍ਹਾ ਆਤਮ ਰੂਪ ਕਰਕੇ ਜਿਹੜਾ ਬੈਠਾ ਹੈ, ਹਰ ਸਰੀਰ ਦੇ ਵਿੱਚ ਬੈਠਾ ਹੈ। ਅਨੁਸਿਊਤ ਹੈ ਜਿਹੜਾ ਹਰ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਦੇ ਵਿੱਚ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਹੀ ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਜਿੱਥੇ ਆਪ ਸੰਗਤਾਂ ਨੇ ਕਿਰਪਾ ਕੀਤੀ ਹੈ, ਉੱਥੇ ਇਹ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਦਮਦਮੀ ਟਕਸਾਲ ਦਾ ਸਥਾਪਨਾ ਦਿਹਾੜਾ ਮਨਾਇਆ ਜਾਣਾ ਹੈ। ਮਹਾਂਪੁਰਖ ਵੀ 10 ਵਜੇ ਪਹੁੰਚ ਜਾਣੇ ਨੇ। ਸਿੰਘ ਸਾਹਿਬ ਜੀ ਨੇ ਵੀ ਹਾਜ਼ਰੀ ਭਰਨੀ ਹੈ। ਹੋਰ ਵੀ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਤਿਨਾਂ ਨੇ ਵੀ ਹਾਜ਼ਰੀ ਭਰਨੀ ਹੈ। ਵਧੇਰੇ ਜਾਣਕਾਰੀ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਪਾਸੋਂ ਆਪ ਪ੍ਰਾਪਤ ਕਰ ਸਕਦੇ ਹੋ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਹੈਡ ਗ੍ਰੰਥੀ ਸਾਹਿਬ ਦਾ ਧੰਨਵਾਦ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਲੇਖਾ ਕਤੇ ਨਾ ਛੂਟੀਐ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।